ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਅਮ੍ਰਿਤ ਵਿਰਦੀ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕਿਸਾਨਾਂ ਦੀ ਟਰੈਕਟਰ ਪਰੇਡ ਦੇ ਨਾਲ, ਜਿਸ ਨੂੰ ਲੈ ਕੇ ਰੂਟ ਤੇ ਲਗਭਗ ਸਹਿਮਤੀ ਦਿੱਲੀ ਪੁਲਿਸ ਦੇ ਨਾਲ ਬਣ ਗਈ ਹੈ। ਜੀ ਹਾਂ, ਦਿੱਲੀ ਦੇ ਅੰਦਰ ਹੀ ਕਿਸਾਨ ਮਾਰਚ ਹੋਵੇਗਾ। ਕਿਸਾਨ ਜਥੇਬੰਦੀਆਂ 5 ਵੱਖ-ਵੱਖ ਥਾਵਾਂ ਤੋਂ ਪਰੇਡ ਕਰਨਗੀਆਂ। ਦਿੱਲੀ ਦੇ ਵਿੱਚ ਹਰ ਐਂਟਰੀ ਪੁਆਇੰਟ ਖੁੱਲੇਗਾ। ਦਿੱਲੀ ਪੁਲਿਸ ਬੈਰੀਕੇਡਸ ਹਟਾਉਣ ਦੇ ਲਈ ਤਿਆਰ ਹੈ। ਕਿਸਾਨਾਂ ਦੇ ਵੱਲੋਂ ਰਾਤ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਸ਼ੁਰੂਆਤ ਵਾਲੇ ਪੁਆਇੰਟ ਤੇ ਹੀ ਪਰੇਡ ਵਾਪਸ ਆਵੇਗੀ ਤੇ 100 ਕਿਲੋਮੀਟਰ ਤੋਂ ਜ਼ਿਆਦਾ ਦੇ ਰੂਟ ਤੇ ਪਰੇਡ ਹੋਵੇਗੀ। ਤਾਂ ਫਿਲਹਾਲ ਦਿੱਲੀ ਪੁਲਿਸ ਦੇ ਕਿਸਾਨਾਂ ਦੇ ਨਾਲ ਲਗਭਗ 5 ਬੈਠਕਾਂ ਹੋਈਆਂ ਨੇ। ਕੱਲ 5ਵੀਂ ਬੈਠਕ ਦੇ ਵਿੱਚ ਇਹ ਜੋ ਸਹਿਮਤੀ ਬਣੀ ਹੈ, ਹਾਲਾਂकि जो फुल फाइनल रूट मैप है वो ਅੱਜ किसान जथेबंदियां ਦੇ ਵੱਲੋਂ ਜਾਰੀ ਕਰ ਦਿੱਤਾ ਜਾਵੇਗਾ ਤੇ ਜਥੇਬੰਦੀਆਂ ਕਹਿ ਰਹੀਆਂ ਸੀ ਕਿ ਜੋ ਸਹਿਮਤੀ ਹੈ ਉਹ ਬਣ ਗਈ ਹੈ। ਮਾਰਚ ਦਿੱਲੀ ਦੇ ਅੰਦਰ ਹੀ ਹੋਵੇਗਾ ਅਤੇ ਨਾਲ ਹੀ ਨਾਲ 100 ਕਿਲੋਮੀਟਰ ਦਾ ਏਰੀਆ ਜੋ ਕਵਰ ਕੀਤਾ ਜਾਵੇਗਾ। 5 ਪੁਆਇੰਟਸ ਨੇ ਜਿਨ੍ਹਾਂ ਤੋਂ ਦਿੱਲੀ ਦੇ ਵਿੱਚ ਐਂਟਰੀ ਕੀਤੀ ਜਾਵੇਗੀ, ਪਰ ਜਿੱਥੋਂ ਐਂਟਰੀ ਹੋਵੇਗੀ शुरुआती पॉइंट ਉੱਥੇ ਹੀ वापस आना पवेगा। इस तारीख को गणतंत्र दिवस पे किसान गणतंत्र दिवस परेड करेगा। इस देश में पहली बार सारे के सारे बैरिकेड खुलेंगे। हम दिल्ली के अंदर जाएंगे, मार्च करेंगे। रूट के बारे में मोटे तौर पे सहमति बन गई है। कुछ छोटी छोटी डिटेल्स आज रात को वर्कआउट होनी है, कल हम आपके सबके साथ शेयर कर देंगे। ਤਾਂ ਕਿਸਾਨ ਕਹਿ ਰਹੇ ਨੇ ਕਿ ਪੁਲਿਸ ਦੇ ਨਾਲ ਸਹਿਮਤੀ ਬਣ ਗਈ ਹੈ। ਸਿਰਫ ਕੁਝ ਛੋਟੀਆਂ ਚੀਜ਼ਾਂ ਨੇ, ਉਹਨਾਂ ਦੇ ਉੱਪਰ ਕੰਮ ਕਰਕੇ ਤੇ ਅੱਜ ਪੂਰਾ ਰੂਟ ਮੈਪ ਜੋ ਹੈ ਉਹ ਫਾਈਨਲ ਕਰਕੇ ਦੱਸ ਦਿੱਤਾ ਜਾਵੇਗਾ। ਉਧਰ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਨੇ ਯੋਗੇਂਦਰ ਯਾਦਵ ਤੇ ਵੱਡਾ ਹਮਲਾ ਬੋਲਿਆ ਤੇ ਕਿਸਾਨ ਜਥੇਬੰਦੀਆਂ ਨੂੰ ਯੋਗੇਂਦਰ ਯਾਦਵ ਵਰਗੇ ਲੀਡਰਾਂ ਤੋਂ ਦੂਰੀ ਬਣਾ ਕੇ ਰੱਖਣ ਲਈ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਯਾਦਵ ਵਰਗੇ ਸਿਆਸੀ ਲੋਕਾਂ ਤੋਂ ਦੂਰ ਰਹਿਣ, ਕਾਨੂੰਨ ਰੱਦ ਤੋਂ ਅੱਗੇ ਵਿਚਾਰ ਕਰਨਾ ਚਾਹੀਦਾ ਹੈ। 26 जनवरी ਨੂੰ ਸ਼ਾਂਤੀ ਬਣਾ ਕੇ ਅੰਦੋਲਨ ਕੀਤਾ ਜਾਵੇ, ਇਹ ਵੀ ਗੁਰਜੀਤ ਔਜਲਾ ਦੇ ਵੱਲੋਂ ਕਿਹਾ ਗਿਆ ਹੈ। ਪਰ ਮੁੱਖ ਤੌਰ ਤੇ ਜੋ ਨਿਸ਼ਾਨਾ ਹੈ ਉਹ ਸਾਧਿਆ ਗਿਆ ਹੈ ਯੋਗੇਂਦਰ ਯਾਦਵ ਤੇ। ਹਾਲਾਂकि ਇਸ ਤੋਂ ਪਹਿਲਾਂ ਵੀ ਵੱਖ-ਵੱਖ ਸਿਆਸਤਦਾਨ, ਖਾਸ ਕਰਕੇ ਬੀਜੇਪੀ ਦੇ ਆਗੂ ਵੀ ਯੋਗੇਂਦਰ ਯਾਦਵ ਤੇ ਨਿਸ਼ਾਨਾ ਸਾਧ ਚੁੱਕੇ ਨੇ। ਔਰ ਇਹ ਮੰਨਣਾ ਹੈ ਕਿ ਜਥੇਬੰਦੀਆਂ ਨੇ ਸ਼ੁਰੂ ਤੋਂ ਕਿਹਾ ਸੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਸਾਡੇ ਤੋਂ ਦੂਰ ਰਹਿਣ, ਤੇ ਮੇਰਾ ਖਿਆਲ ਸਵਰਾਜ ਪਾਰਟੀ ਤੇ ਇਹਨੇ ਵੀ ਬਣਾ ਰੱਖੀ ਹੈ, जोगिंदर यादव ने भी, ਇਹਨਾਂ ਨੂੰ ਵੀ ਇਹਦੇ ਤੋਂ ਥੋੜਾ ਦੂਰੀ ਉਹ ਰੱਖਣੀ ਚਾਹੀਦੀ ਹੈ। ਲੇਕਿਨ ਡੈਡਲੋਕ ਟੁੱਟੇਗਾ ਕਿਵੇਂ? ਗੱਲਬਾਤ ਦੁਬਾਰਾ ਸ਼ੁਰੂ ਹੋਏਗੀ ਕਿਵੇਂ? ਉਹ ਜਿਹੜਾ ਉਹ ਉਪਰਾਲਾ ਸਰਕਾਰ ਨੂੰ ਕਰਨਾ ਪੈਣਾ, ਕਿਉਂਕਿ ਸਰਕਾਰ ਵੱਡੇ ਥਾਂ ਤੇ ਬੈਠੀ ਹੈ। ਸਰਕਾਰ ਨਵਾਂ ਪ੍ਰਪੋਜ਼ਲ ਦੇਵੇ, ਬਿਲਕੁਲ ਦੇਣਾ ਚਾਹੀਦਾ, ਸਰਕਾਰ ਦਾ ਹੀ ਫਰਜ਼ ਬਣਦਾ ਹੈ। ਜਥੇਬੰਦੀਆਂ ਮੰਨਣਗੀਆਂ ਰੱਦ ਤੋਂ ਇਲਾਵਾ ਨਵਾਂ ਪ੍ਰਪੋਜ਼ਲ? ਦੇਖੋ ਉਹ ਜਥੇਬੰਦੀਆਂ ਹੁਣ ਜੇ ਤੇ ਅਸੀਂ ਵਿੱਚ ਹੋਈਏ ਫਿਰ ਗੱਲ ਕਰੀਏ ਨਾ, ਉਹ ਦੇਖੋ ਸਿਆਣੇ ਲੋਕ ਨੇ, ਉਹ ਵੀ ਜ਼ਰੂਰ ਵਿਚਾਰਨਗੇ। ਮੈਂ ਤੁਹਾਨੂੰ ਫਿਰ ਕਹਿ ਰਿਹਾ ਕਿ ਜੇ ਪ੍ਰਪੋਜ਼ਲ ਕੁਝ ਠੀਕ ਸੀ ਤੇ ਜਥੇਬੰਦੀਆਂ 'ਚ ਵੀ ਵੋਟਿੰਗ ਹੋਈ ਨਾ, 15 16 16 17 ਕੁਝ ਹੋਈ। ਇਸ ਉੱਪਰ ਅਗਰ ਸਰਕਾਰ ਪ੍ਰਪੋਜ਼ਲ ਭੇਜਦੀ ਹੈ, ਕੋਈ ਵਿਚਲਾ ਰਾਹ ਤੁਸੀਂ ਦੇਖੋ ਇਹੀ ਇੱਕ ਤਰੀਕਾ ਹੁੰਦਾ ਵੀ ਜੇ ਤੁਸੀਂ ਕੋਈ ਚੰਗੀ ਚੀਜ਼ ਦਿੱਤੀ, ਉਹਨਾਂ ਨੇ ਮੰਨ ਲਈ, ਉਹਨਾਂ ਨੇ ਸੋਚਿਆ ਹੋਊਗਾ ਵੀ ਚਲੋ ਯਾਰ 2 ਸਾਲ ਜਿਹੜੇ ਉਹਨਾਂ ਦੇ ਵਿਚਾਰ ਹੋ ਸਕਦਾ ਹੁਣ ਵੀ 2 ਸਾਲ ਤੋਂ ਬਾਅਦ ਕੀ ਪਤਾ 24 'ਚ ਫਿਰ ਇਲੈਕਸ਼ਨ ਹੋਣੀ ਹੈ, ਸਰਕਾਰਾਂ ਦਾ ਚੋਣ ਮੈਨੀਫੈਸਟੋ ਹੀ ਬਣ ਜਾਂਦਾ ਹੁੰਦਾ, ਜਾਂ ਸਰਕਾਰ ਕਹਿ ਦਿੰਦੀ ਵੀ ਚਲੋ ਯਾਰ ਇਹਨੂੰ ਖਤਮ ਕਰ ਦਿਓ। ਨਾਲੇ ਉਸ ਸਮੇਂ ਤੱਕ ਸਾਰੇ ਦੇਸ਼ ਦੇ ਵਿੱਚ ਵੀ ਅੰਦੋਲਨ ਕੀਤਾ ਜਾ ਸਕਦਾ ਕਿ ਸਾਰੇ ਦੇਸ਼ ਦੇ ਵਿੱਚ ਵੀ ਇਹੀ ਸਾਡੇ ਹੀ ਬੰਦੇ ਜਾ ਕੇ ਲੋਕਾਂ ਨੂੰ ਜਗਾ ਸਕਦੇ ਆ। ਉਧਰ ਸਿੰਘੂ ਬਾਰਡਰ ਤੋਂ ਫੜੇ ਗਏ ਸ਼ੱਕੀ ਦੇ ਮਾਮਲੇ 'ਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਸ਼ੱਕੀ ਸ਼ਖਸ ਤੋਂ ਪੁੱਛਗਿੱਛ ਕੀਤੀ ਗਈ ਹੈ, ਜਿਸ ਵਿੱਚ ਉਹ ਦਾਅਵਾ ਕਰ ਰਿਹਾ ਹੈ ਕਿ ਉਸਨੇ ਸਾਜ਼ਿਸ਼ ਅਤੇ ਹਿੰਸਾ ਸੰਬੰਧੀ ਬਿਆਨ ਡਰ ਅਤੇ ਦਬਾਅ 'ਚ ਦਿੱਤੇ। ਪੁਲਿਸ ਨੇ ਉਹਨਾਂ ਇਲਜ਼ਾਮਾਂ ਨੂੰ ਵੀ ਖਾਰਿਜ ਕੀਤਾ ਹੈ, ਜਿਸ 'ਚ ਰਾਈ ਥਾਣੇ ਦੇ ਪੁਲਿਸ ਮੁਲਾਜ਼ਮ ਪ੍ਰਦੀਪ ਦਾ ਨਾਮ ਲਿਆ ਗਿਆ ਸੀ। ਐਸਪੀ ਸੋਨੀਪਤ ਨੇ ਸਪਸ਼ਟ ਕੀਤਾ ਹੈ ਕਿ ਰਾਈ ਥਾਣੇ 'ਚ ਇਸ ਨਾਮ ਦਾ ਕੋਈ ਮੁਲਾਜ਼ਮ ਹੀ ਨਹੀਂ ਹੈ। ਨਾਲ ਹੀ ਪੁਲਿਸ ਨੇ ਲੈਂਡਲਾਈਨ ਦੀ ਡਿਟੇਲ 'ਚ ਕਿਸੇ ਸ਼ੱਕੀ ਗੱਲਬਾਤ ਤੋਂ ਇਨਕਾਰ ਕੀਤਾ ਹੈ। ਪੁਲਿਸ ਮੁਤਾਬਕ ਸ਼ੱਕੀ ਸ਼ਖਸ ਨਾ ਤਾਂ 10 ਜਨਵਰੀ ਦੀ ਨਾਲ ਰੈਲੀ 'ਚ ਮੌਜੂਦ ਸੀ, ਜਿਸ 'ਚ ਕਿਸਾਨਾਂ ਨੇ ਭੰਨਤੋੜ ਕੀਤੀ ਸੀ, ਅਤੇ ਨਾ ਹੀ ਉਸਦੇ ਬੈਂਕ ਖਾਤੇ 'ਚ ਕੋਈ ਪੈਸੇ ਆਏ ਨੇ। ਫਿਲਹਾਲ ਪੁਲਿਸ ਦੀ ਜਾਂਚ ਜਾਰੀ ਹੈ ਤੇ ਜਾਂਚ ਤੋਂ ਬਾਅਦ ਹੀ ਕਿਸੇ ਨਤੀਜੇ ਤੇ ਪਹੁੰਚਣ ਦੀ ਗੱਲ ਕਹੀ ਜਾ ਰਹੀ है। सबसे पहले जो एलिगेशन था कि कोई एसएचओ राई इंस्पेक्टर प्रदीप का एलिगेशन था कि जी कोई किसी ने उसने उसकी टास्किंग कर रखी है। तो सबसे पहले तो हमारे पास ना तो कोई प्रदीप नाम का इंस्पेक्टर जिले के अंदर है और ना ही कोई प्रदीप नाम का मुलाजिम राई थाने के अंदर है। वहां पे एक चाउमीन की रेडी है, वहां पे इसने चाउमीन खाए और वहां पे जो लेडी थी जिससे इसने खाया उसके पास रेगुलरली ये पहले भी 1-2 बार गया था, तो उसको भी हमने शामिल जांच किया और इसकी पूछताछ और उनकी पूछताछ में ये सामने आया कि इसने उस टाइम पे कुछ जो किसान उनके वॉलंटियर्स थे उनके साथ इसकी बहस हुई। उन्होंने एलिगेशन लगाया कि
ये किसी लड़कियों को छेड़ रहा है, जिसके ऊपर इनकी आपस में बहस हुई और उसी के अंतर्गत ये उसको वहां से लेकर इसको किसी कैंप के अंदर लेकर जाया गया और वहां पे फिर इसका कहना है कि मेरे साथ मारपीट की गई। वो इसका कहना है कि मेरे को वहां पे कुछ लोगों ने इसके साथ मारपीट की और इसके ऊपर जिसके कारण ये इसने डर के मारे ये सारे बयान दिए वहां पे। ये बात बोली है कि इससे ये सारी बातें कहलवाई गई थी, जबरदस्ती मारपीट की। ये अभी तक जो ये बता रहा है कि डर के मारे उसने ये सारी चीजें कबूल की और उसने ये सारी की सारी उसने स्टोरी बनाई वहां। कबूल की मतलब पूछा गया था, स्टोरी उसने खुद बनाई या किसान नेताओं ने बनवाई जी? अभी तक तो ये यही कह रहा है कि मेरे को उन्होंने कुछ ट्यूटर किया, कुछ मैंने अपनी तरफ से बनाई, तो इस टाइप से ये सारी तथ्य सामने आ रहे हैं। ਤਾਂ ਆਖਿਰਕਾਰ ਸੱਚ ਕੀ ਹੈ, ਕਿਹੜੇ ਬਿਆਨ ਜੋ ਇਸ ਦੇ ਵੱਲੋਂ ਦਿੱਤੇ ਜਾ ਰਹੇ ਨੇ ਸੱਚ ਹੈ, ਉਹ ਤਾਂ ਜਾਂਚ ਦਾ ਵਿਸ਼ਾ ਹੈ। ਪਰ ਉਸ ਤੋਂ ਪਹਿਲਾਂ ਇਸ ਸ਼ੱਕੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਉਹ ਆਪਣੇ ਪੁਰਾਣੇ ਬਿਆਨਾਂ ਤੋਂ ਪਲਟਦਾ ਨਜ਼ਰ ਆ ਰਿਹਾ ਹੈ ਤੇ ਖੁਦ ਨੂੰ ਹੀ ਸਾਜ਼ਿਸ਼ ਦਾ ਸ਼ਿਕਾਰ ਦੱਸ ਰਿਹਾ ਹੈ। शुक्रवार की शाम गलबात च ब्रेक लगी तो रात के अंधेरे च किसानों ने एक सनसनीखेज दावा कर दिता। दावा आंदोलन च खूनी खेल की साजिश का। कैमरे के अगे किसानों ने एक नकाबपोश शख्स को पेश किया तो इल्जाम लगा दिता कि आंदोलन च हिंसा भड़काने की साजिश चल रही है और किसान नेतावां नूं निशाना बनाया जा रहा है। हमें 26 तारीख को अभी आगे बढ़ते हैं तो पहले तो हवा में फायरिंग होगी, दूसरी अगर नहीं रुकते तो इनके पीछे जो हमारे लड़के हैं वो फायर करेंगे सर। रात नूं दावा सी लेकिन कुछ ही घंटे च दावा सिर दे बल उल्ट चुका सी। दो शख्स नकाब दे पिछे दी साजिश की कहानी बयान कर रहे सी। उसने किसान संगठन नूं ही एक कटहरे विच खड़ा कर दिता। किसानों का दावा सी कि यह शख्स हिंसा भड़काने की फिराक च सन, लेकिन ताजा बयान च इस शख्स ने पूरी कहानी ही पलट के रख दी। फिर उन्होंने मुझे मारने के बाद फिर उन्होंने खाना वाना खिलाया। उन्होंने फिर ये कहा हम जैसे जैसे बोलेंगे वैसे वैसे तुझे बोलना है। फिर उन्होंने मुझे रात को मारने के बाद दारू पिलाई। उन्होंने फिर मेरे से वीडियो बनाई। फिर अगले दिन जैसे मैं उठा उन्होंने मुझे ये बताया कि हमने तो उसको मार दिया, अब तेरे को छूटना है नहीं छूटना। फिर उन्होंने मुझे ये कहा कि जैसा हम बोलेंगे वैसा करना है तुझे। आरोपी शख्स सोनीपत दे ही राड़काना पिंड दा है जिसने किसानों के सामने तो साजिश रचन का दावा किया, लेकिन बाद च सुर पूरी तरह नाल बदल ले। इल्जाम लगा दिते कि रात नूं जो कुछ भी होया वो सब दबाव च सी। उन्होंने मुझे लेके गए। उन्होंने फिर मुझे कैंप में ले जाके उन्होंने पहले मुझे मारा, काफ़ी मारा, पैंट वैंट उतार के काफ़ी मारा। फिर मुझे ट्रॉली में उल्टा लटका के बेल्टों से मारा। फिर उन्होंने अगले दिन उन्होंने मेरे से ये कहा जो हम बोलेंगे वो करेगा। मैंने कहा ठीक है सर। हुण एक शख्स दे किस दावे ते एतबार किया जाए जो रात के अंधेरे च किया गया सी या हुण कह रहा है, क्योंकि दावा कोई भी सच निकले उसका सीधा कनैक्शन मौजूदा आंदोलन के नाल ही जुड़िया है। तो फिलहाल पुलिस इहो लभण की कोशिश कर रही है। ब्यूरो रिपोर्ट न्यूज़ 18। ਤੇ ਉਧਰ ਸ਼ੱਕੀ ਨੌਜਵਾਨ ਦੀ ਮਾਂ ਦਾ ਕਹਿਣਾ ਹੈ ਕਿ ਉਹ ਆਪਣੇ ਦੋਸਤ ਦੇ ਘਰ ਗਿਆ ਸੀ। ਕੱਲ ਪੁਲਿਸ ਜਦੋਂ ਘਰ ਆਈ ਤਾਂ ਉਹਨਾਂ ਨੂੰ ਇਸ ਪੂਰੇ ਘਟਨਾਕ੍ਰਮ ਦੇ ਬਾਰੇ ਪਤਾ ਲੱਗਾ। योगेश आपको ही लड़का है? हाँ जी। कब गया था वो घर से? भैया 20 तारीख को गया था घर से। क्या क्या के गया था? बोला मैं ड्यूटी जा रहा हूँ। अच्छा, अब आपकी लास्ट बात कब हुई थी योगेश? हमारे को 20 तारीख को 8:28 पर बात हुई। अच्छा, क्या बात की थी फोन पे उसने? बात ये थी, बोला मम्मी मैं आज नहीं आऊँगा और दोस्त के घर हूँ, सुबह आओ। अच्छा, हाँ जी। आपको कैसे पता चला योगेश को पुलिस ने पकड़ा है? ये हमारे पास कल रात को 2:40 पर 2:20 बोलो 2:30 पर पुलिस आई थी। 5 आदमी आए थे वो और गेट खटखटाया था। हम उठे थे और लेके गए थे योगी को, और योगी को तो वही था, योगी और योगी के पापा को लेके गए थे घर से। अच्छा, कोई मामा भी रहता है दिल्ली? मामा रहता है, लेकिन मामा एक्सपायर हो गया, उसके बच्चे रहते हैं, लेकिन उनके साथ ऐसा कुछ
संपर्क नहीं है। अच्छा, संपर्क नहीं है। क्या काम करता था? कौन? योगेश खाली था। खाली था। हाँ जी। कितनी उम्र होगी योगेश? उसकी 21। उधर हरियाणा के मुख मंत्री मनोहर लाल खट्टर ते साबका मुख मंत्री भूपिंदर सिंह हुड्डा का कहना है कि पुलिस फिलहाल पूरे मामले की जांच कर रही है ते जांच तो बाद ही कुछ किया जा सकता है। देखिए, अभी चूंकि पुलिस पूछताछ कर रही है और जब तक पूछताछ पूरी नहीं होती है उस समय तक कुछ भी कहना उचित नहीं है। जब पूछताछ पूरी हो जाएगी उसके बाद उसका आधिकारिक बयान आप लोगों को दिया जाएगा। वो तो जांच का विषय है, इसको गहराई से जांच करना चाहिए। कोई ऐसा वकवा हो तो बड़ा नुकसान होने वाली बात है। बड़ा ध्यान से बातचीत चल रही थी क्योंकि ये जो आंदोलन चल रहा है ये बिल्कुल शांति प्रिय है और आपका अहिंसक इंसान ही होने दी किसानों ने, अहिंसक। अब भी उनके बार बार यही बयान आ रहे हैं और मैं इस बात की, मैंने तो अपने जीवन में ऐसा आंदोलन इतना लंबा देखा नहीं। तो ਹੁਣ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਲੋਕਲ ਬਾਡੀ ਚੋਣਾਂ ਦੀ ਜਿਨ੍ਹਾਂ ਨੂੰ ਟਾਲਣ ਦੀ ਮੰਗ ਉੱਠੀ ਹੈ। ਮੰਗ ਕੀਤੀ ਹੈ ਲੋਕ ਇਨਸਾਫ ਪਾਰਟੀ ਨੇ। ਜੀ ਹਾਂ, ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਇਹਨਾਂ ਚੋਣਾਂ ਨੂੰ ਟਾਲਣ ਦੀ ਮੰਗ ਕੀਤੀ ਹੈ। ਬੈਂਸ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਕਾਰਨ ਚੋਣਾਂ ਮੁਲਤਵੀ ਕਰੇ ਕੈਪਟਨ ਸਰਕਾਰ, ਕਿਉਂਕਿ ਚੋਣਾਂ ਦਾ ਕਿਸਾਨ ਅੰਦੋਲਨ ਤੇ ਸਿੱਧਾ ਅਸਰ ਪਵੇਗਾ। ਤਾਂ ਦੱਸ ਦਈਏ ਕਿ 14 ਫਰਵਰੀ ਨੂੰ ਇਹ ਚੋਣਾਂ ਹੋਣ ਜਾ ਰਹੀਆਂ ਨੇ, VOTING ਹੋਵੇਗੀ 17 ਫਰਵਰੀ ਨੂੰ ਇਸ ਦੇ ਨਤੀਜੇ ਆਉਣਗੇ। ਪਰ ਉਸ ਤੋਂ ਪਹਿਲਾਂ ਸਿਮਰਜੀਤ ਬੈਂਸ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਚੋਣਾਂ ਸਰਕਾਰ ਨੂੰ ਟਾਲ ਦੇਣੀਆਂ ਚਾਹੀਦੀਆਂ ਨੇ। ਨਿਮਰ ਬੇਨਤੀ ਅੱਜ ਫੇਰ ਤੁਹਾਡੇ ਜਰੀਏ ਵੀ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਕਿਰਪਾ ਕਰਕੇ ਜਿਹੜੀਆਂ ਮਿਊਨਿਸਪਲ ਚੋਣਾਂ ਤੁਰੰਤ ਮੁਲਤਵੀ ਕਰ ਦਿਓ। ਇਹ ਅੰਦੋਲਨ ਦੀ ਫਤਿਹ ਸਮਾਪਤੀ ਤੋਂ ਬਾਅਦ ਫੇਰ ਕਰਾ ਲਿਓ। ਜਮ ਤੁਸੀਂ ਗੁੰਡਾਗਰਦੀ ਕਰਨੀ ਆ, ਗੁੰਡਾਗਰਦੀ ਕਰਕੇ 10 ਸਾਲ ਜੋ ਬਾਦਲਾਂ ਨੇ ਕੀਤਾ ਉਹ ਪਿਛਲੇ 4 ਸਾਲਾਂ ਤੋਂ ਕਾਂਗਰਸ ਵਾਲੇ ਤੁਸੀਂ ਕਰ ਰਹੇ ਹੋ। ਤੁਸੀਂ ਗੁੰਡਾਗਰਦੀ ਕਰਕੇ ਜਿਹਦੀ ਡਾਂਗ ਉਹਦੀ ਮੱਝ ਤੁਸੀਂ ਲੋਕਲ ਬਾਡੀ ਦੀਆਂ ਚੋਣਾਂ ਜਿੱਤਣੀਆਂ, ਇਹ ਭੱਜ ਨਹੀਂ ਚੱਲੀਆਂ, ਵੋਟਾਂ ਇੱਥੇ ਰਹਿਣੀਆਂ ਨੇ। ਤੇ ਗੱਲ ਕਰਦੇ ਹਾਂ ਗੁਰੂਗ੍ਰਾਮ ਦੀ, ਜਿੱਥੇ ਇੱਕ ਸਿਹਤ ਮੁਲਾਜ਼ਮ ਦੀ ਸ਼ੱਕੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਹਿਲਾ ਦੇ ਕੋਰੋਨਾ ਵੈਕਸੀਨ ਲੱਗੀ ਸੀ। ਇਸ ਤਰ੍ਹਾਂ ਅਚਾਨਕ ਮਹਿਲਾ ਦੀ ਮੌਤ ਨਾਲ ਪਰਿਵਾਰ ਸਦਮੇ ਦੇ ਵਿੱਚ ਵੀ ਹੈ ਤੇ ਉੱਥੇ ਸਿਹਤ ਵਿਭਾਗ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਿਹਾ ਹੈ। ਗੁਰੂਗ੍ਰਾਮ ਦੀ ਕ੍ਰਿਸ਼ਨਾ ਕਲੋਨੀ 'ਚ ਰਹਿਣ ਵਾਲੀ 55 ਸਾਲ ਦੀ ਰਾਜਵੰਤੀ ਦੀ ਭੇਦ ਭਰੇ ਹਾਲਾਤਾਂ 'ਚ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਾਲੇ ਕੇ ਸਵਾਲ ਚੁੱਕ ਰਹੇ ਨੇ। ਰਾਜਵੰਤੀ ਪੰਗਰੋਲਾ ਦੇ PHC ਸੈਂਟਰ 'ਚ ਸੁਪਰਵਾਈਜ਼ਰ ਦੇ ਪਦ ਤੇ ਤੈਨਾਤ ਸੀ। 16 ਜਨਵਰੀ ਨੂੰ ਕੋਰੋਨਾ ਦੀ ਵੈਕਸੀਨੇਸ਼ਨ ਪ੍ਰੋਗਰਾਮ ਦੇ ਦੌਰਾਨ ਰਾਜਵੰਤੀ ਨੂੰ ਵੀ ਟੀਕਾ ਲੱਗਿਆ ਸੀ। ਰਾਜਵੰਤੀ ਦੀ ਮੌਤ ਤੋਂ ਬਾਅਦ ਪਰਿਜਨਾਂ ਨੇ ਗੰਭੀਰ ਇਲਜ਼ਾਮ ਲਗਾਏ ਨੇ ਵੈਕਸੀਨ ਤੇ। तो अभी उन्होंने 16 तारीख को उन्होंने ये जो वैक्सीन है जैसे कोविड की, इसकी उनको इंजेक्शन लगाया। उसके बाद ठीक थी। कल अचानक ही, मतलब आज रात को ही अचानक, मतलब वो सुबह जैसे उठी हैं तो उठी नहीं हुई एकदम। ਉੱਥੇ ਹੁਣ ਇਸ ਮਸਲੇ 'ਚ CMO ਨੇ ਦੱਸਿਆ ਕਿ ਹਾਲੇ ਤੱਕ ਕੁਝ ਵੀ ਕਹਿਣਾ ਮੁਸ਼ਕਿਲ ਹੈ। ਪੋਸਟਮਾਰਟਮ ਰਿਪੋर्ट ਤੋਂ ਬਾਅਦ ਹੀ ਮੌਤ ਦੇ ਅਸਲ ਵਜ੍ਹਾ ਦਾ ਖੁਲਾਸਾ ਹੋ ਸਕੇਗਾ। पोस्टमार्टम करवाया था। पोस्टमार्टम की रिपोर्ट जो अभी तक प्राप्त हुई है उसमें कोई डेफिनेटिव कॉज ऑफ डेथ नहीं मिला है। उनके विसराज और उनके बॉडी के पार्ट जो है कॉज ऑफ डेथ जानने के लिए वो जांच के लिए भेज दिए गए हैं। CMO ਨੇ ਦੱਸਿਆ ਕਿ ਸ਼ਹਿਰ 'ਚ ਜਿਨ੍ਹਾਂ ਲੋਕਾਂ ਦਾ ਟੀਕਾਕਰਨ ਹੋਇਆ ਸੀ ਉਹਨਾਂ 'ਚੋਂ ਸਿਰਫ 20-21 ਲੋਕਾਂ ਨੂੰ ਹੀ ਹਲਕੀ ਪਰੇਸ਼ਾਨੀ ਹੋਈ ਸੀ, ਲੇਕਿਨ ਹੁਣ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਠੀਕ ਨੇ। ਹਾਲਾਂਕਿ ਮਹਿਲਾ ਰਾਜਵੰਤੀ ਦੀ ਮੌਤ ਤੇ ਖੁਲਾਸਾ ਪੋਸਟਮਾਰਟਮ ਤੋਂ ਬਾਅਦ ਹੀ ਹੋ ਪਾਵੇਗਾ। गुरुग्राम तो धर्मवीर शर्मा, न्यूज़ 18। ब्रेक तो बाद एक बार फिर थोड़ा स्वागत है। श्रोमणी कमेटी के प्रधान जगीर कौर ने भारत सरकार तो श्री गुरु तेग बहादुर जी के 400 साला प्रकाश पुरब ਨੂੰ समर्पित डाक टिकट सिक्का ਤੇ चिट्ठी पत्र ਲਈ यादगारी लिफाफा जारी ਕਰਨ ਦੀ ਮੰਗ ਕੀਤੀ ਹੈ। ਉਹਨਾਂ ओडिशा ਦੇ ਮੁੱਖ ਮੰਤਰੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ श्री गुरु नानक देव जी ਦੇ गगन में थाल वाले शब्द ਨੂੰ जगन्नाथपुरी ਦੇ ਚੌਂਕ 'ਚ ਇੱਕ ਮੀਨਾਰ ਸਥਾਪਿਤ ਕਰਕੇ ਰੂਪਮਾਨ ਕੀਤਾ ਜਾਵੇ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਤਿਹਾਸ ਬੋਰਡ ਦੀ ਬੈਠਕ ਦੌਰਾਨ ਸ਼੍ਰੋਮਣੀ ਕਮੇਟੀ ਦੇ 100 ਸਾਲਾ इतिहास संकलित करने का फैसला भी किया गया है। इस तो पहला 50 साला इतिहास श्रोमणी कमेटी वालों प्रकाशित किया जा रहा है। सब तो पहली जी गल है ये किया गया कि भारत सरकार नूं
ਇਹ ਲਿਖਿਆ ਜਾਵੇ ਕਿ 400 ਸਾਲਾਂ ਦੇ ਸੰਬੰਧ ਵਿੱਚ ਇੱਕ ਤੇ ਟਿਕਟ ਜਾਰੀ ਕਰਨ, ਇੱਕ ਸਿੱਕਾ ਜਾਰੀ ਕਰਨ ਤੇ ਇੱਕ ਇਨਵੈਲਪ ਲਿਫਾਫਾ ਇਤਿਹਾਸਕ ਜਿਹੜਾ ਉਹ ਜਾਰੀ ਕਰਨ। ਉਹਦੀ ਚਿੱਠੀ ਜਿਹੜੀ ਅਸੀਂ ਅੱਜ ਹੀ ਕੱਢਾਂਗੇ, ਕਿਉਂਕਿ ਇਹਦੇ ਵਿੱਚ ਜਿਹੜੀ ਫੈਸਲਾ ਲਿਆ ਗਿਆ ਕਿ ਇਹ ਭਾਰਤ ਸਰਕਾਰ ਨੂੰ ਲਿਖਿਆ ਜਾਏਗਾ।